Praise the Lord. Thank you, Jesus. ਅੱਜ ਇੱਕ ਵਾਰ ਫਿਰ ਮੈਂ ਪਰਮੇਸ਼ਵਰ ਦਾ ਮੈਸੇਜ ਪ੍ਰਾਪਤ ਕੀਤਾ ਪਵਿੱਤਰ ਬਾਈਬਲ ਦੇ ਵਿੱਚੋਂ। ਦੈਨੀਅਲ 9 ਅਧਿਆਏ ਦੀ 2 ਆਇਤ ਵਿੱਚ ਲਿਖਿਆ ਕਿ ਦੈਨੀਅਲ ਨੇ ਪਵਿੱਤਰ ਸ਼ਾਸਤਰ ਦੇ ਦੁਆਰਾ ਇਹ ਸਮਝ ਲਿਆ, ਇਹ ਜਾਣ ਲਿਆ ਕਿ ਯਰੂਸ਼ਲਮ ਦੀ ਉਜੜੀ ਹੋਈ ਦਸ਼ਾ ਕਿਉਂ ਆ। ਜੋ ਮੈਸੇਜ ਆ ਉਹ ਇਹ ਆ ਕਿ ਪਵਿੱਤਰ ਸ਼ਾਸਤਰ ਪਰਮੇਸ਼ਵਰ ਨੇ ਕਿਉਂ ਦਿੱਤਾ ਇਨਸਾਨ ਨੂੰ, ਇਸ ਸੰਸਾਰ ਨੂੰ, ਤਾਂ ਕਿ ਇੱਕ ਇਨਸਾਨ ਪਵਿੱਤਰ ਸ਼ਾਸਤਰ ਨੂੰ ਪੜ੍ਹੇ ਤਾਂ ਉਹ ਆਪਣੀ ਦਸ਼ਾ ਜਾਣ ਜਾਏ ਕਿ ਜੇ ਮੈਂ ਪਲੱਸ ਹੋ ਰਿਹਾ ਤਾਂ ਮੈਂ ਕਿਉਂ ਪਲੱਸ ਹੋ ਰਿਹਾ, ਜੇ ਮੈਂ ਮਾਈਨਸ ਹੋ ਰਿਹਾ ਤਾਂ ਮੈਂ ਕਿਉਂ ਮਾਈਨਸ ਹੋ ਰਿਹਾ। ਕਿਉਂਕਿ ਜਦੋਂ ਪਰਮੇਸ਼ਵਰ ਕਿਸੇ ਨੂੰ ਸੁੱਖ ਦਿੰਦੇ ਆ ਜਾਂ ਧਨ ਦਿੰਦੇ ਆ, ਉਸ ਦੇ ਵਿੱਚ ਉਹ ਦੁੱਖ ਮਿਕਸ ਨਹੀਂ ਕਰਦੇ, ਕਿਉਂਕਿ ਦੁੱਖ, ਤਕਲੀਫਾਂ, ਸਮੱਸਿਆਵਾਂ ਉਹਨਾਂ ਦਾ ਇੱਕ ਟਾਈਮ ਆ ਜਦੋਂ ਇੱਕ ਇਨਸਾਨ ਪਰਮੇਸ਼ਵਰ ਦੇ ਵਿੱਚ ਆ ਜਾਂਦਾ, ਉਹ ਬਣੀਆਂ ਨਹੀਂ ਰਹਿੰਦੀਆਂ। ਕਿਉਂਕਿ ਲਿਖਿਆ ਕਹਾਵਤਾਂ ਦੀ ਬੁੱਕ ਦੇ ਵਿੱਚ 4 ਅਧਿਆਏ 'ਚ ਕਿ ਧਰਮੀ ਦੀ ਉਹ ਜੋਤੀ, ਧਰਮੀ ਦੀ ਉਹ ਰੌਸ਼ਨੀ ਇਸ ਤਰ੍ਹਾਂ ਆ ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਵੱਧਦੀ ਜਾਂਦੀ ਨਾ ਦੁਪਹਿਰ ਤੱਕ, ਇਸੇ ਤਰ੍ਹਾਂ ਉਹ ਧਰਮੀ ਜਨ ਦੀ ਰੌਸ਼ਨੀ ਹੈ। ਉਹ ਇੱਕ ਟਾਈਮ ਤੇ ਬੁਝਿਆ ਹੋਇਆ ਹੋ ਸਕਦਾ, ਪਰ ਜਦੋਂ ਪਰਮੇਸ਼ਵਰ ਉਸ ਨੂੰ ਜਗਾਉਂਦੇ ਆ ਤਾਂ ਉਸ ਦੀ ਰੌਸ਼ਨੀ ਫਿਰ ਵੱਧਦੀ ਜਾਂਦੀ। ਵਚਨ 'ਚ ਲਿਖਿਆ ਕਿ ਦੈਨੀਅਲ ਨੇ ਪਵਿੱਤਰ ਸ਼ਾਸਤਰ ਦੇ ਦੁਆਰਾ ਇਹ ਸਮਝ ਲਿਆ ਕਿ ਯਰੂਸ਼ਲਮ ਦੀ ਉਹ ਦਸ਼ਾ, ਉਜੜੀ ਹੋਈ ਦਸ਼ਾ ਕਿਉਂ ਆ। ਕਹਿਣ ਦਾ ਭਾਵ, ਇੱਕ ਇਨਸਾਨ ਜਦੋਂ ਪਰਮੇਸ਼ਵਰ ਦੇ ਪਵਿੱਤਰ ਸ਼ਾਸਤਰ ਤੇ ਧਿਆਨ ਕਰਦਾ ਤਾਂ ਉਹ ਆਪਣੇ ਇਰਦ ਗਿਰਦ ਕੀ ਹੋ ਰਿਹਾ, ਉਸ ਦੇ ਜੀਵਨ ਦੇ ਵਿੱਚ ਕੀ ਹੋ ਰਿਹਾ, ਉਸ ਨੂੰ ਉਸ ਦੀ ਜੌਬ ਦੇ ਵਿੱਚ ਕੀ ਹੋ ਰਿਹਾ, ਉਹ ਜਾਣ ਜਾਂਦਾ। ਪਰ ਉਹ ਫੀਅਰਲੈਸ ਹੁੰਦਾ। ਧਰਮੀ ਜਨ ਜਿਹੜਾ ਪਰਮੇਸ਼ਵਰ ਦੇ ਪਵਿੱਤਰ ਸ਼ਾਸਤਰ ਤੇ ਵਿਸ਼ਵਾਸ ਰੱਖਦਾ ਔਰ ਪਰਮੇਸ਼ਵਰ ਨੂੰ ਉਹ ਜਾਣ ਜਾਂਦਾ ਪਵਿੱਤਰ ਸ਼ਾਸਤਰ ਦੇ ਦੁਆਰਾ ਆਪਣੀ ਦਸ਼ਾ ਨੂੰ ਵੀ, ਤਾਂ ਫੀਅਰਲੈਸ ਹੋ ਜਾਂਦਾ। ਜੋ ਇਮਾਨਦਾਰ ਆ, ਜੋ ਵਫਾਦਾਰ ਆ ਪਰਮੇਸ਼ਵਰ ਦੇ ਪ੍ਰਤੀ, ਤਾਂ ਫਿਰ ਉਹ ਫੀਅਰਲੈਸ ਆ। ਕਿਉਂਕਿ ਕਹਾਵਤਾਂ 28 ਅਧਿਆਏ ਦੀ 1 ਆਇਤ ਵਿੱਚ ਲਿਖਿਆ ਕਿ ਧਰਮੀ ਜਨ ਬੱਬਰ ਸ਼ੇਰ ਦੀ ਮਾਨਦ ਫੀਅਰਲੈਸ ਹੁੰਦੇ, ਉਹਨਾਂ ਦੇ ਵਿੱਚ ਕੋਈ ਡਰ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਅਗਰ ਕੋਈ ਵੀ ਸਿਚੁਏਸ਼ਨ ਆਈ ਆ ਤਾਂ ਮੈਨੂੰ ਉੱਚਾ ਕਰਨ ਦੇ ਲਈ, ਪਲੱਸ ਕਰਨ ਦੇ ਲਈ ਹੀ ਆਈ ਆ। ਅਗਰ ਇਨਸਾਨ ਦੇ ਜੀਵਨ ਦੇ ਵਿੱਚ ਪਾਪ ਆ, ਧੋਖਾ ਫਰੇਬ ਆ, ਕਿਸੇ ਵੀ ਪ੍ਰਕਾਰ ਦਾ ਨਸ਼ਾ ਆ, ਤਾਂ ਫਿਰ ਇਨਸਾਨ ਮਾਈਨਸ ਹੋ ਜਾਂਦਾ, ਇਨਸਾਨ ਸਮੱਸਿਆਵਾਂ ਦੇ ਵਿੱਚ ਜਾਂਦਾ, ਕਿਉਂਕਿ ਉਹ ਪਵਿੱਤਰ ਸ਼ਾਸਤਰ ਦੇ ਵਿਰੋਧ ਦੇ ਵਿੱਚ ਉਹ ਕੰਮ ਕਰ ਰਿਹਾ। ਦੈਨੀਅਲ ਨੇ ਇਹ ਗੱਲ ਜਾਣ ਲਈ ਕਿ ਯਰੂਸ਼ਲਮ ਦੇ ਜੋ ਲੋਕ ਆ ਇਸ ਸਮੱਸਿਆਵਾਂ ਨਾਲ ਕਿਉਂ ਘਿਰੇ ਹੋਏ ਆ, ਇਹਨਾਂ ਦੀ ਇਹ ਦਸ਼ਾ ਕਿਉਂ ਆ। ਇਹ ਪਰਮੇਸ਼ਵਰ ਦੇ ਲੋਕ ਆ, ਫਿਰ ਵੀ ਸਮੱਸਿਆਵਾਂ ਦੇ ਵਿੱਚ ਕਿਉਂ ਫਸੇ ਹੋਏ ਆ, ਕਿਉਂਕਿ ਇਹਨਾਂ ਨੇ ਪਰਮੇਸ਼ਵਰ ਦੇ ਕਲਾਮ ਨੂੰ ਤੋੜ ਦਿੱਤਾ, ਇਹਨਾਂ ਨੇ ਪਰਮੇਸ਼ਵਰ ਦੇ ਕਲਾਮ ਦਾ ਆਦਰ ਨਹੀਂ ਕੀਤਾ। ਇਹ ਪ੍ਰਾਰਥਨਾ ਅਰਦਾਸ ਤਾਂ ਕਰਦੇ ਆ, ਪਰ ਪਰਮੇਸ਼ਵਰ ਦੇ ਪਵਿੱਤਰ ਕਲਾਮ ਨੂੰ ਆਪਣੇ ਜੀਵਨ 'ਚ ਥਾਂ ਨਹੀਂ ਦਿੰਦੇ। ਦੈਨੀਅਲ, ਜਿਸ ਨੂੰ ਪਰਮੇਸ਼ਵਰ ਬਹੁਤ ਪ੍ਰੇਮ ਕਰਦੇ ਸੀ, ਉਹਦਾ ਕਾਰਨ ਇੱਕੋ ਇੱਕ ਸੀ ਕਿ ਉਹ ਪਵਿੱਤਰ ਸ਼ਾਸਤਰ ਨੂੰ ਬਹੁਤ ਗਹਿਰਾਈ ਨਾਲ ਜਾਣਦਾ ਸੀ। ਦੈਨੀਅਲ ਇਮਾਨਦਾਰ ਔਰ ਵਫਾਦਾਰ ਇੱਕ ਪਰਮੇਸ਼ਵਰ ਦਾ ਬੰਦਾ ਸੀ। ਜਦੋਂ ਉਹ ਇਮਾਨਦਾਰੀ ਔਰ ਵਫਾਦਾਰੀ ਦੇ ਨਾਲ ਚੱਲਿਆ ਤਾਂ ਪਰਮੇਸ਼ਵਰ ਨੇ ਰਾਜੇ ਨੂੰ ਉਸ ਦਾ ਮਿੱਤਰ ਬਣਾ ਦਿੱਤਾ, ਔਰ ਇਸ ਗੱਲ ਨੂੰ ਵੇਖ ਕੇ ਉਸ ਦੇ ਇਰਦ ਗਿਰਦ ਦੇ ਲੋਕ ਜੋ ਕਿ ਈਰਖਾ ਨਾਲ ਭਰੇ ਹੋਏ, ਕੁਝ ਲੋਕ ਹੁੰਦੇ ਆ ਜਦੋਂ ਇਮਾਨਦਾਰ ਲੋਕਾਂ ਨੂੰ ਵੇਖਦੇ ਆ ਤਾਂ ਉਹਨਾਂ ਦੇ ਖਿਲਾਫ ਉਹ ਛੜਯੰਤਰ ਬਣਾਉਂਦੇ ਆ, ਪਰ ਉਹ ਇਹ ਗੱਲ ਜਾਣਦੇ ਨਹੀਂ ਕਿ ਇਮਾਨਦਾਰ ਲੋਕਾਂ ਦਾ ਪਰਮੇਸ਼ਵਰ
ਸਾਥ ਦਿੰਦੇ ਆ। ਲਿਖਿਆ ਕਹੌਤਾਂ 2 ਅਧਿਆਇ ਦੀ 7 ਆਇਤ ਵਿੱਚ, ਪਰਮੇਸ਼ਵਰ ਖਰੇ ਲੋਕਾਂ ਦੇ ਲਈ, ਜਿਹੜੇ ਖਰਾਈ ਨਾਲ ਚੱਲਦੇ ਆ, ਉਹਨਾਂ ਦੇ ਲਈ ਉੱਤਮ ਬੁੱਧੀ ਰੱਖਦੇ ਆ, ਉਹਨਾਂ ਨੂੰ ਖਰੀ ਬੁੱਧੀ ਦਿੰਦੇ ਔਰ ਉਹਨਾਂ ਦੇ ਲਈ ਢਾਲ ਬਣ ਜਾਂਦੇ, ਜਿਹੜੇ ਸਚਾਈ ਆਪਣੇ ਜੀਵਨ 'ਚ ਰੱਖਦੇ ਆ। ਸੱਚੇ ਲੋਕਾਂ ਦੇ ਲਈ ਉਹ ਢਾਲ ਬਣ ਜਾਂਦੇ। ਡੈਨੀਅਲ ਦੇ ਲਈ ਛੜਯੰਤਰ ਰਚਿਆ ਗਿਆ ਕਿ ਰਾਜਾ ਕੁਝ ਟਾਈਮ ਦੇ ਲਈ ਤੇਰੇ ਰਾਜ ਦੇ ਵਿੱਚ ਤੇਰੇ ਲੋਕ ਸਿਰਫ ਤੇਰੇ ਅੱਗੇ ਹੀ ਅਰਦਾਸ ਕਰਨ, ਤੇਰੇ ਅੱਗੇ ਹੀ ਪ੍ਰਾਰਥਨਾ ਕਰਨ, ਹੋਰ ਕਿਸੇ ਅੱਗੇ ਉਹ ਪ੍ਰਾਰਥਨਾ ਨਾ ਕਰਨ। ਪਰ ਡੈਨੀਅਲ ਪਰਮੇਸ਼ਵਰ ਦਾ ਜਨ 3 ਟਾਈਮ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਨ ਦੇ ਲਈ ਆਪਣੇ ਪ੍ਰਾਰਥਨਾ ਦੇ ਰੂਮ ਦੇ ਵਿੱਚ ਜਾਂਦਾ ਸੀ। ਔਰ ਸਜ਼ਾ ਕੀ ਰੱਖ ਦਿੱਤੀ ਗਈ ਕਿ ਭੁੱਖੇ ਸ਼ੇਰ ਰੱਖੇ ਜਾਣ ਕੁਝ ਦਿਨ, ਔਰ ਜਿਹੜਾ ਰਾਜੇ ਦੇ ਅੱਗੇ ਸਿਜਦਾ ਨਾ ਕਰੇ, ਉਸ ਦੇ ਅੱਗੇ ਅਰਦਾਸ ਨਾ ਕਰੇ, ਜਾਂ ਕਿਸੇ ਹੋਰ ਦੇ ਅੱਗੇ ਅਰਦਾਸ ਕਰੇ, ਰਾਜੇ ਨੂੰ ਛੁੱਟ ਜਦੋਂ ਕਾਨੂੰਨ ਪਾਸ ਹੋ ਗਿਆ ਤਾਂ ਉਸ ਨੂੰ ਭੁੱਖੇ ਸ਼ੇਰਾਂ ਦੀ ਮਾਂਦ ਦੇ ਵਿੱਚ ਸੁੱਟ ਦਿੱਤਾ ਜਾਏ। ਪਰ ਡੈਨੀਅਲ ਨੂੰ ਕੋਈ ਡਰ ਨਹੀਂ ਸੀ। ਡੈਨੀਅਲ ਫੀਅਰਲੈਸ ਸੀ। ਡੈਨੀਅਲ ਉਸੇ ਤਰ੍ਹਾਂ ਪ੍ਰਾਰਥਨਾ ਕਰਨ ਦੇ ਲਈ ਆਪਣੇ ਪ੍ਰਾਰਥਨਾ ਦੀ ਉਸ ਕੋਠੜੀ ਦੇ ਵਿੱਚ ਗਿਆ। ਪਰ ਜਿਹੜੇ ਛੜਯੰਤਰਕਾਰੀ ਲੋਕ, ਉਹਨਾਂ ਨੇ ਰਾਜੇ ਨੂੰ ਜਾ ਕੇ ਸ਼ਿਕਾਇਤ ਕੀਤੀ ਔਰ ਡੈਨੀਅਲ ਨੂੰ ਫੜ ਲਿਆ ਗਿਆ। ਰਾਜਾ ਬਹੁਤ ਦੁਖੀ ਹੋਇਆ ਕਿਉਂਕਿ ਰਾਜਾ ਡੈਨੀਅਲ ਨੂੰ ਪ੍ਰੇਮ ਕਰਦਾ ਸੀ। ਇੱਕ ਇਨਸਾਨ ਜਿਹੜਾ ਕਿਸੇ ਅਹੁਦੇ ਤੇ ਬੈਠਾ, ਉਸ ਨੂੰ ਇਹ ਗੱਲ ਸੋਚਣੀ ਚਾਹੀਦੀ ਕਿ ਮੇਰੇ ਕੰਨ ਕੌਣ ਭਰ ਰਿਹਾ, ਮੇਰੇ ਇਰਦ ਗਿਰਦ ਕਿਸ ਤਰ੍ਹਾਂ ਦੇ ਲੋਕ ਆ, ਮੈਂ ਕਿਹਨਾਂ ਦੀ ਗੱਲ ਕਿਸ ਤਰ੍ਹਾਂ ਮੰਨ ਰਿਹਾ। ਉਸ ਨੂੰ ਇਹ ਗੱਲ ਸਮਝ ਹੋਣੀ ਚਾਹੀਦੀ। ਪਰ ਰਾਜਾ ਡੈਨੀਅਲ ਦੇ ਨਾਲ ਪ੍ਰੇਮ ਤਾਂ ਕਰਦਾ ਸੀ, ਪਰ ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ ਸੀ। ਇਸ ਲਈ ਉਹ ਉਹਨਾਂ ਛੜਯੰਤਰਕਾਰੀ ਲੋਕਾਂ ਦੀ ਗੱਲ ਮੰਨ ਗਿਆ। ਪਰ ਬਾਅਦ ਵਿੱਚ ਉਹ ਪਰੇਸ਼ਾਨ ਹੋ ਗਿਆ ਕਿ ਡੈਨੀਅਲ ਨੂੰ ਅਗਰ ਸ਼ੇਰਾਂ ਦੀ ਮਾਂਦ ਦੇ ਵਿੱਚ ਪਾ ਦਿੱਤਾ ਗਿਆ ਤਾਂ ਡੈਨੀਅਲ ਖਤਮ ਹੋ ਜਾਵੇਗਾ। ਉਹ ਸਮਾਂ ਆ ਗਿਆ ਜਦੋਂ ਡੈਨੀਅਲ ਨੂੰ ਸ਼ੇਰਾਂ ਦੀ ਮਾਂਦ ਦੇ ਵਿੱਚ ਪਾਇਆ ਜਾਣਾ ਸੀ। ਡੈਨੀਅਲ ਫੀਅਰਲੈਸ ਸੀ। ਉਹਦਾ ਕਾਰਨ ਇੱਕੋ ਹੀ ਇੱਕ, ਕਿਉਂਕਿ ਡੈਨੀਅਲ ਉਸ ਦਾਰਾ ਰਾਜਾ, ਉਸ ਮਾਦੀ ਫਾਰਸੀ ਰਾਜਾ ਜਿਹੜਾ ਸੀ, ਉਸ ਤੋਂ ਪਹਿਲਾਂ 2 ਰਾਜੇ ਹੋਰ ਸੀਗੇ ਜਿਨ੍ਹਾਂ ਦੇ ਕੋਲ ਡੈਨੀਅਲ ਰਹਿੰਦਾ ਸੀ। ਡੈਨੀਅਲ ਨੇ ਉਹ ਸਾਲ ਉਹਨਾਂ ਰਾਜਿਆਂ 'ਚ ਬਿਤਾਏ ਸੀ। ਡੈਨੀਅਲ ਨੇ ਵੇਖਿਆ ਸੀ ਪਰਮੇਸ਼ਵਰ ਦਾ ਉਹ ਸਾਮਰਥੀ ਹੱਥ ਆਪਣੇ ਜੀਵਨ ਤੇ। ਡੈਨੀਅਲ ਨੂੰ ਮੌਤ ਦਾ ਕੋਈ ਡਰ ਨਹੀਂ ਸੀ, ਕਿਉਂਕਿ ਲਿਖਿਆ 2 ਤਿਮੋਥੀਅਸ 1:7 ਦੇ ਵਿੱਚ, ਪਰਮੇਸ਼ਵਰ ਨੇ ਸਾਨੂੰ ਦਲੇਰੀ ਦਾ ਆਤਮਾ ਦਿੱਤਾ, ਸਵੈ ਕਾਬੂ ਔਰ ਪ੍ਰੇਮ ਦਾ ਆਤਮਾ ਦਿੱਤਾ। ਦਲੇਰੀ ਵਾਲਾ ਆਤਮਾ ਦਿੱਤਾ, ਡਰ ਦਾ ਆਤਮਾ ਨਹੀਂ ਦਿੱਤਾ। ਡੈਨੀਅਲ ਪੂਰੀ ਦਲੇਰੀ ਦੇ ਨਾਲ ਉਹਨਾਂ ਸ਼ੇਰਾਂ ਦੀ ਮਾਂਦ ਦੇ ਵਿੱਚ ਗਿਆ। ਡੈਨੀਅਲ ਨੂੰ ਕੱਲੀ ਪ੍ਰੇਅਰ ਨਹੀਂ ਬਚਾ ਸਕੀ। ਪ੍ਰੇਅਰ ਬਹੁਤ ਕੰਮ ਕਰਦੀ ਹੈ ਜਦੋਂ ਇੱਕ ਇਨਸਾਨ ਧਰਮੀ ਜਨ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦਾ। ਪਰ ਡੈਨੀਅਲ ਦਾ ਜੋ ਪਹਿਲਾ ਡਿਸੀਜਨ ਸੀ ਉਹ ਇਹ ਸੀ, ਜਦੋਂ ਗੁਲਾਮੀ ਦੇ ਵਿੱਚ ਗਿਆ ਤਾਂ ਵੀ ਪਰਮੇਸ਼ਵਰ ਦੇ ਉੱਪਰ ਵਿਸ਼ਵਾਸ, ਔਰ ਪਵਿੱਤਰ ਸ਼ਾਸਤਰ ਦੇ ਵਿੱਚ ਜੋ ਮਨਾ ਕੀਤਾ ਗਿਆ, ਕੀ ਖਾਣਾ ਕੀ ਨਹੀਂ ਖਾਣਾ, ਕੀ ਪੀਣਾ ਕੀ ਨਹੀਂ ਪੀਣਾ, ਡੈਨੀਅਲ ਬਿਲਕੁਲ ਉਸ ਕਲਾਮ ਦੇ ਮੁਤਾਬਕ ਉਹ ਡਿਸੀਜਨ ਉਸਨੇ ਲਿਆ ਕਿ ਮਨਾ ਕੀਤਾ ਗਿਆ ਭੋਜਨ ਜੋ ਬਾਈਬਲ ਦੇ ਵਿੱਚ ਲਿਖਿਆ ਉਸਨੇ ਨਹੀਂ ਖਾਧਾ। ਉਸਨੇ ਆਪਣੇ ਜਾਨ ਦੀ ਪਰਵਾਹ ਨਹੀਂ ਕੀਤੀ ਕਿ ਰਾਜਾ ਖਤਮ ਵੀ ਕਰ ਸਕਦਾ ਅਗਰ ਮੈਂ ਰਾਜਾ ਦੇ ਇਸ ਦਿੱਤੇ ਹੋਏ ਭੋਜਨ ਨੂੰ ਨਾ ਖਾਵਾਂਗਾ। ਪਰ ਉਸਨੇ ਮਨਾ ਕਰ ਦਿੱਤਾ। ਪਰਮੇਸ਼ਵਰ ਨੇ ਰਾਜੇ ਵੀ ਉਸਦੇ ਮਿੱਤਰ ਬਣਾ ਦਿੱਤੇ। ਕਾਰਨ ਇੱਕੋ ਹੀ ਇੱਕ ਕਿ ਡੈਨੀਅਲ ਪਵਿੱਤਰ ਸ਼ਾਸਤਰ ਦੇ ਦੁਆਰਾ ਇਹ ਗੱਲ ਜਾਣ ਗਿਆ ਸੀ ਕਿ ਯਰੂਸ਼ਲਮ ਦੀ ਉਹ ਦਸ਼ਾ ਕਿਉਂ ਹੋਈ ਆ, ਕੀ ਕਾਰਨ ਆ। ਉਹ ਸਮਝ ਗਿਆ ਸੀ ਪਵਿੱਤਰ ਸ਼ਾਸਤਰ ਦੇ ਦੁਆਰਾ। ਅੱਜ ਕੋਈ ਵੀ ਜਨ, ਕੋਈ ਵੀ ਇਨਸਾਨ ਅਗਰ ਉਹ ਪਵਿੱਤਰ ਸ਼ਾਸਤਰ ਨੂੰ, ਪਵਿੱਤਰ ਬਾਈਬਲ ਨੂੰ ਪੜ੍ਹੇ
ਤਾਂ ਉਹ ਆਪਣੀ ਹਾਲਤ ਨੂੰ ਜਾਣ ਜਾਏਗਾ, ਉਹ ਆਪਣੀ ਆਤਮਿਕ ਦਸ਼ਾ ਨੂੰ ਵੀ ਜਾਣ ਜਾਏਗਾ, ਉਹ ਆਪਣੀ ਸਰੀਰਕ ਦਸ਼ਾ ਨੂੰ ਵੀ ਜਾਣ ਜਾਏਗਾ। ਜਦੋਂ ਉਹ ਜਾਣ ਗਿਆ ਆਪਣੀ ਦਸ਼ਾ ਨੂੰ, ਤਾਂ ਫਿਰ ਉਹ ਪਰਮੇਸ਼ਵਰ ਦਾ ਪ੍ਰਿਯ ਬਣ ਜਾਏਗਾ। ਬੇਸ਼ੱਕ ਉਸਨੇ ਕਿੰਨੇ ਵੀ ਪਾਪ ਕਿਉਂ ਨਾ ਕੀਤੇ ਹੋਣ, ਗੁਨਾਹ ਕੀਤੇ ਹੋਣ, ਪਰ ਪਰਮੇਸ਼ਵਰ ਉਸ ਨੂੰ ਮਾਫ ਕਰ ਦਿੰਦੇ ਆ। ਜਦੋਂ ਇੱਕ ਇਨਸਾਨ ਪਰਮੇਸ਼ਵਰ ਦੇ ਅੱਗੇ ਆਪਣੇ ਗੁਨਾਹਾਂ ਨੂੰ ਮੰਨ ਲੈਂਦਾ, ਤਾਂ ਪਰਮੇਸ਼ਵਰ ਉਸ ਨੂੰ ਮਾਫ ਕਰ ਦਿੰਦੇ ਆ, ਪਰਮੇਸ਼ਵਰ ਉਸ ਨੂੰ ਦੁਬਾਰਾ ਖੜਾ ਕਰ ਦਿੰਦੇ ਆ। ਕਿਉਂਕਿ ਵਚਨ 'ਚ ਲਿਖਿਆ ਪਰਮੇਸ਼ਵਰ ਵਫਾਦਾਰ ਆ, ਪਰਮੇਸ਼ਵਰ ਗੁੱਸਾ ਕਰਨ ਦੇ ਵਿੱਚ ਧੀਰਜਵਾਨ ਹੈ। ਇਹ ਪਵਿੱਤਰ ਸ਼ਾਸਤਰ, ਪਵਿੱਤਰ ਕਲਾਮ, ਪਵਿੱਤਰ ਬਾਈਬਲ ਪਰਮੇਸ਼ਵਰ ਨੇ ਧਰਤੀ ਨਿਵਾਸੀਆਂ ਨੂੰ ਇਸੇ ਲਈ ਦਿੱਤਾ ਕਿ ਉਹ ਪਰਮੇਸ਼ਵਰ ਨੂੰ ਜਾਣਨ, ਪਰਮੇਸ਼ਵਰ ਦੇ ਦਿਲ ਨੂੰ ਜਾਣਨ, ਔਰ ਉਹ ਆਪਣੀ ਦਸ਼ਾ ਨੂੰ ਜਾਣ ਕਿ ਸਾਡੀ ਇਹ ਦਸ਼ਾ ਕਿਉਂ ਆ। ਅੱਜ ਬਹੁਤ ਸਾਰੇ ਇਨਸਾਨ ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਆਉਂਦਾ, ਉਹ ਇਹੀ ਗੱਲ ਬੋਲਦੇ ਆ ਕਿ ਇਸੇ ਤਰ੍ਹਾਂ ਲਿਖਿਆ ਸੀ ਕਿ ਸਾਡੇ ਨਾਲ ਇਦਾਂ ਹੋਣਾ, ਪਰ ਇਹ ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਇਨਸਾਨ ਦੇ ਆਪਣੇ ਗੁਨਾਹ, ਆਪਣੇ ਉਹ ਪਾਪ ਆ, ਉਸ ਦੀਆਂ ਆਪਣੀਆਂ ਗਲਤੀਆਂ ਆ, ਜਿਹੜੀਆਂ ਉਸ ਦੇ ਅੱਗੇ ਆ ਜਾਂਦੀਆਂ ਬਿਮਾਰੀਆਂ ਦੇ ਰੂਪ ਦੇ ਵਿੱਚ, ਤੰਗੀਆਂ ਦੇ ਰੂਪ ਦੇ ਵਿੱਚ, ਕਲੇਸ਼ਾਂ ਦੇ ਰੂਪ ਦੇ ਵਿੱਚ। ਫਿਰ ਉਹ ਡਾਈਵੋਰਸ ਹੁੰਦੇ ਇਨਸਾਨਾਂ ਦੇ, ਫਿਰ ਉਹਨਾਂ ਦੇ ਜੀਵਨ ਪ੍ਰੋਬਲਮਾਂ ਦੇ ਵਿੱਚ ਜਾਂਦੇ। ਉਹਦਾ ਕਾਰਨ ਇਹੀ ਹੁੰਦਾ ਕਿ ਇੱਕ ਇਨਸਾਨ ਪਵਿੱਤਰ ਸ਼ਾਸਤਰ ਨੂੰ ਸਮਝ ਨਹੀਂ ਪਾਉਂਦਾ, ਕਿਉਂਕਿ ਉਹ ਪਵਿੱਤਰ ਸ਼ਾਸਤਰ ਦੇ ਉੱਪਰ ਧਿਆਨ ਹੀ ਨਹੀਂ ਦਿੰਦਾ। ਉਹ ਆਪਣੇ ਜੀਵਨ ਦੇ ਮਸਲੇ ਹੱਲ ਕਰਨ ਦੇ ਵਿੱਚ ਹੀ ਲੱਗਿਆ ਰਹਿੰਦਾ, ਜਦ ਕਿ ਉਸਦੇ ਜੀਵਨ ਦੇ ਮਸਲਿਆਂ ਦੇ ਹੱਲ ਪਵਿੱਤਰ ਸ਼ਾਸਤਰ ਦੇ ਵਿੱਚ ਆ। ਡੈਨੀਅਲ ਨਹੀਂ ਡਰਿਆ ਸ਼ੇਰਾਂ ਦੀ ਮਾਂਦ ਦੇ ਵਿੱਚ ਜਾਣ ਦੇ ਵਿੱਚੋਂ, ਔਰ ਦੂਸਰੇ ਦਿਨ ਸਵੇਰੇ ਉਹ ਬਿਲਕੁਲ ਜਿਸ ਤਰ੍ਹਾਂ ਦਾ ਉਸ ਗੁਫਾ ਦੇ ਅੰਦਰ ਗਿਆ, ਭੁੱਖੇ ਸ਼ੇਰਾਂ ਦੀ ਮਾਂਦ ਦੇ ਵਿੱਚ, ਉਸੇ ਤਰ੍ਹਾਂ ਉਹ ਬਾਹਰ ਆ ਗਿਆ। ਕਾਰਨ ਕੀ? ਕਿਉਂਕਿ ਪਰਮੇਸ਼ਵਰ ਨੇ ਉਹਨਾਂ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ। ਕਿਉਂਕਿ ਡੈਨੀਅਲ ਪਰਮੇਸ਼ਵਰ ਦਾ ਜਨ ਸੀ, ਡੈਨੀਅਲ ਦੇ ਅੰਦਰ ਪਰਮੇਸ਼ਵਰ ਦਾ ਜ਼ਿੰਦਾ ਕਲਾਮ ਸੀ। ਜਿਨ੍ਹਾਂ ਇਨਸਾਨਾਂ ਦੇ ਅੰਦਰ ਪਰਮੇਸ਼ਵਰ ਦਾ ਜ਼ਿੰਦਾ ਕਲਾਮ ਹੁੰਦਾ, ਜ਼ਿੰਦਾ ਵਚਨ ਹੁੰਦਾ, ਫਿਰ ਉਹਨਾਂ ਨੂੰ ਕੋਈ ਵੀ ਛੜਯੰਤਰਕਾਰੀ, ਚਾਹੇ ਉਹ ਬਿਮਾਰੀ ਹੋਵੇ, ਚਾਹੇ ਉਹ ਬਿਮਾਰੀ ਦਾ ਕੋਈ ਵੀ ਸ਼ੇਰ, ਜਾਂ ਉਹ ਕੋਈ ਵੀ ਸਮੱਸਿਆ ਦਾ ਸ਼ੇਰ ਹੋਵੇ, ਉਸ ਇਨਸਾਨ ਦੇ ਉੱਪਰ ਪ੍ਰਬਲ ਨਹੀਂ ਹੋ ਸਕਦਾ। ਕਿਉਂਕਿ ਉਸ ਇਨਸਾਨ ਦੇ ਅੰਦਰ ਪਰਮੇਸ਼ਵਰ ਦਾ ਕਲਾਮ ਆ, ਔਰ ਪਰਮੇਸ਼ਵਰ ਉਸ ਇਨਸਾਨ ਦੇ ਉੱਪਰ ਪੂਰੀ ਤਰ੍ਹਾਂ ਆਪਣੀ ਦ੍ਰਿਸ਼ਟੀ ਲਗਾ ਕੇ ਰੱਖਦੇ ਆ, ਔਰ ਆਪਣੇ ਸਵਰਗ ਦੂਤਾਂ ਦਾ ਪਹਿਰਾ ਬਿਠਾ ਕੇ ਰੱਖਦੇ ਆ ਕਿ ਇਹ ਮੇਰਾ ਬੰਦਾ ਇਸ ਨੂੰ ਖਰੋਚ ਤੱਕ ਨਾ ਆਵੇ। ਕਿਉਂਕਿ ਲਿਖਿਆ ਜ਼ਬੂਰ 91 ਦੇ ਵਿੱਚ ਕਿ ਉਹਦੇ ਸਵਰਗ ਦੂਤ ਤੈਨੂੰ ਹੱਥੋਂ ਹੱਥੀ ਚੁੱਕ ਲੈਣਗੇ ਕਿ ਤੇਰੇ ਪੈਰਾਂ ਨੂੰ ਪੱਥਰ ਨਾਲ ਠੇਸ ਤੱਕ ਨਾ ਲੱਗੇ। ਉਹ ਇਸ ਤਰ੍ਹਾਂ ਦਾ ਪਰਮੇਸ਼ਵਰ ਹੈ। ਪਵਿੱਤਰ ਸ਼ਾਸਤਰ ਇਸੇ ਲਈ ਦਿੱਤਾ ਗਿਆ ਕਿ ਇੱਕ ਇਨਸਾਨ ਪਵਿੱਤਰ ਸ਼ਾਸਤਰ ਦੇ ਉੱਪਰ ਵਿਸ਼ਵਾਸ ਕਰੇ। ਜਿਸ ਤਰ੍ਹਾਂ ਡੈਨੀਅਲ ਜੈਵੰਤ ਰਿਹਾ ਆਪਣੇ ਜੀਵਨ ਦੇ ਵਿੱਚ, ਉਚਾਈਆਂ ਤੇ ਰਿਹਾ, ਅੱਜ ਵੀ ਜੇ ਕੋਈ ਇਨਸਾਨ ਪਵਿੱਤਰ ਸ਼ਾਸਤਰ ਨੂੰ ਆਪਣੇ ਜੀਵਨ 'ਚ ਥਾਂ ਦੇਵੇ ਤਾਂ ਉਹ ਮਹਾਨ ਉਚਾਈਆਂ ਨੂੰ ਹਾਸਲ ਕਰ ਸਕਦਾ, ਤਾਂ ਉਹ ਪਰਮੇਸ਼ਵਰ ਦਾ ਪ੍ਰਿਯ ਜਨ, ਉਹ ਪ੍ਰਿਯ ਬੇਟਾ ਬਣ ਸਕਦਾ। ਜੇ ਉਹ ਪਵਿੱਤਰ ਸ਼ਾਸਤਰ ਨੂੰ ਸਮਝ ਲਵੇ, ਫਿਰ ਉਹ ਪ੍ਰਾਰਥਨਾ ਕਰਨੀ ਸ਼ੁਰੂ ਕਰੇ, ਤਾਂ ਫਿਰ ਪਰਮੇਸ਼ਵਰ ਆਪਣੀ ਪ੍ਰੋਟੈਕਸ਼ਨ ਉਸ ਨੂੰ ਦੇ ਦਿੰਦੇ ਆ। ਉਹ ਕਦੇ ਵੀ ਫਿਰ ਸ਼ਰਮਿੰਦਾ ਨਹੀਂ ਹੁੰਦਾ। ਕਿਉਂਕਿ ਲਿਖਿਆ ਯਸ਼ਾਇਆ 54 ਅਧਿਆਇ ਦੀ 17 ਆਇਤ ਵਿੱਚ, ਜਿੰਨੇ ਵੀ ਹਥਿਆਰ ਤੇਰੀ ਹਾਨੀ ਲਈ ਬਣਾਏ ਜਾਣਗੇ, ਉਹਨਾਂ ਦੇ ਵਿੱਚੋਂ ਇੱਕ ਵੀ ਸਫਲ ਨਹੀਂ ਹੋਵੇਗਾ। ਯਹੋਵਾ ਦੇ ਦਾਸਾਂ ਦਾ, ਪਰਮੇਸ਼ਵਰ ਦੇ ਦਾਸਾਂ ਦਾ ਇਹੀ ਭਾਗ ਹੋਵੇਗਾ ਕਿ ਉਹ ਯਹੋਵਾ ਦੇ ਕਾਰਨ ਧਰਮੀ ਠਹਿਰਨਗੇ, ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੇ ਪਵਿੱਤਰ ਸ਼ਾਸਤਰ ਨੂੰ ਸਮਝ ਲਿਆ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪਵਿੱਤਰ ਸ਼ਾਸਤਰ ਨੂੰ ਥਾਂ ਦਿੱਤੀ, ਤਾਂ ਫਿਰ ਪਰਮੇਸ਼ਵਰ ਵੀ ਉਹਨਾਂ ਇਨਸਾਨਾਂ ਨੂੰ ਉੱਚਾ ਕਰਦੇ। ਪ੍ਰੇਜ਼ ਦਾ ਲਾਰਡ, ਥੈਂਕ ਯੂ ਜੀਸਸ। ਸੈਨੋ ਜੈਮਸ ਅੱਜ ਦਾ ਵਚਨ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ਿਤ ਕਰੇ।